ਦੋਸਤੋ, ਸਾਡੀ ਅੱਜ ਦੀ ਕਹਾਣੀ ਹੈ ਮਾਂ ਦਾ ਦਰਦ। ਮੇਰਾ ਨਵਾਂ ਵਿਆਹ ਹੋਇਆ ਸੀ ਤੇ ਮੈਂ ਬਹੁਤ ਖੁਸ਼ ਸੀ। ਮਾਲਕ ਨੇ ਮੈਨੂੰ ਉਹ ਜਿਹਾ ਹੀ ਹਮਸਫਰ ਦਿੱਤਾ ਸੀ ਜਿਹੋ ਜਿਹਾ ਮੈਂ ਚਾਹੁੰਦਾ ਸੀ। ਪਿਆਰੀ ਜਿਹੀ, ਮੈਨੂੰ ਸਮਝਣ ਵਾਲੀ, ਮੇਰਾ ਧਿਆਨ ਰੱਖਣ ਵਾਲੀ ਤੇ ਮੇਰੀ ਦੋਸਤ। ਸਾਡਾ ਪਰਿਵਾਰ ਕਾਫੀ ਮਾਡਰਨ ਸੀ। ਮੇਰਾ ਵੱਡਾ ਭਰਾ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਸੀ ਤੇ ਮੇਰੀ ਮਾਂ ਮੇਰੇ ਨਾਲ ਹੀ ਰਹਿੰਦੀ ਸੀ। ਮੇਰੇ ਪਿਤਾ 2 ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੇ ਸਨ। ਮੇਰਾ ਸਾਰਾ ਸਮਾਂ ਮੇਰੀ ਪਤਨੀ ਨਾਲ ਹੀ ਬੀਤਦਾ ਸੀ। ਦਫ਼ਤਰ ਜਾਂਦਾ ਤਾਂ ਉੱਥੋਂ ਪਤਨੀ ਨੂੰ ਫੋਨ ਕਰਦਾ ਤੇ ਹਾਲ ਚਾਲ ਪੁੱਛਦਾ। ਸਵੇਰੇ ਜਦੋਂ ਦਫ਼ਤਰ ਜਾਂਦਾ ਤਾਂ ਮਾਂ ਆਪਣੇ ਕਮਰੇ 'ਚ ਬੈਠੀ ਮਾਲਾ ਜਪ ਰਹੀ ਹੁੰਦੀ। ਰਾਤ ਨੂੰ ਆਉਂਦਾ ਤਾਂ ਮਾਂ ਨੂੰ ਨਮਸਤੇ ਕਰਕੇ ਸਿੱਧਾ ਆਪਣੇ ਕਮਰੇ 'ਚ ਆਪਣੀ ਪਤਨੀ ਰਮਾ ਕੋਲ ਚਲਾ ਜਾਂਦਾ ਸੀ। ਮਾਂ ਕੋਲ ਬੈਠਣ ਜਾਂ ਮਿਲਣ ਦਾ ਸਮਾਂ ਹੀ ਨਹੀਂ ਮਿਲਦਾ ਸੀ। ਮੈਂ ਖਾਣਾ ਵੀ ਆਪਣੇ ਕਮਰੇ 'ਚ ਹੀ ਖਾਂਦਾ ਸੀ। ਇੱਕ ਦਿਨ ਮਾਂ ਮੈਨੂੰ ਆਖਣ ਲੱਗੀ ਕਿ ਪੁੱਤ, ਆਪਣੀ ਮਾਂ ਦਾ ਵੀ ਹਾਲ ਪੁੱਛ ਲਿਆ ਕਰ। ਮੈਂ ਥੋੜਾ ਜਿਹਾ ਮੁਸਕਰਾਇਆ ਤੇ ਕਿਹਾ, ਮਾਂ, ਤੁਹਾਨੂੰ ਪਤਾ ਹੀ ਹੈ, ਦਫ਼ਤਰ 'ਚ ਬਹੁਤ ਕੰਮ ਹੁੰਦੇ ਹੈ ਤੇ ਕੰਮ ਕਰਕੇ ਥੱਕ ਜਾਂਦਾ ਹਾਂ। ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਮੇਰੇ ਲਈ ਦੁਆ ਕੀਤੀ ਤੇ ਮੈਨੂੰ ਕਿਹਾ ਕਿ ਜਾ ਪੁੱਤ, ਜਾ ਕੇ ਆਰਾਮ ਕਰ। ਮਾਂ ਦੇ ਗੋਡਿਆਂ 'ਚ ਬਹੁਤ ਦਰਦ ਹੋ ਰਿਹਾ ਸੀ ਤੇ ਸ਼ਾਇਦ ਉਹ ਮੈਨੂੰ ਕਹਿਣਾ ਚਾਹੁੰਦੀ ਸੀ ਕਿ ਉਸ ਨੂੰ ਡਾਕਟਰ ਕੋਲ ਲੈ ਜਾਓ। ਪਰ ਜਦੋਂ ਮੈਂ ਕਿਹਾ ਕਿ ਮੈਂ ਥੱਕਿਆ ਹੋਇਆ ਹਾਂ ਤਾਂ ਮਾਂ ਨੇ ਮੈਨੂੰ ਆਰਾਮ ਕਰਨ ਨੂੰ ਆਖ ਦਿੱਤਾ। ਕਮਰੇ 'ਚ ਗਿਆ ਤਾਂ ਮੇਰੀ ਪਤਨੀ ਨੇ ਆਖਿਆ ਕਿ ਅੱਜ 버ਗਰ ਖਾਣ ਨੂੰ ਦਿਲ ਕਰ ਰਿਹਾ। ਜਾਨ, ਬਾਹਰੋਂ 버ਗਰ ਤਾਂ ਲੈ ਆਓ। ਮੈਂ ਘੜੀ ਵੱਲ ਦੇਖਿਆ ਤਾਂ 10 ਵੱਜ ਚੁੱਕੇ ਸਨ। ਮੈਂ ਉਸ ਨੂੰ ਕਿਹਾ ਕਿ ਸਮਾਂ ਦੇਖੋ ਤਾਂ। ਉਹ ਆਖਣ ਲੱਗੀ, ਫਿਰ ਕੀ ਹੋਇਆ, ਜਾਓ ਮੇਰੇ ਲਈ 버ਗਰ ਲੈ ਕੇ ਆਓ। ਜਦੋਂ ਮੈਂ ਕਮਰੇ 'ਚੋਂ ਬਾਹਰ ਆਇਆ ਤਾਂ ਮੇਰੀ ਮਾਂ ਖੁਦ ਆਪਣੇ ਗੋਡੇ ਘੁੱਟ ਰਹੀ ਸੀ। ਸ਼ਾਇਦ ਉਹਨਾਂ ਤੋਂ ਦਰਦ ਬਰਦਾਸ਼ਤ ਨਹੀਂ ਸੀ ਹੋ ਰਿਹਾ। ਮੈਂ ਅਣਦੇਖਿਆ ਕਰਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਮਾਂ ਨੇ ਪੁੱਛਿਆ ਕਿ ਇਸ ਸਮੇਂ ਕਿੱਥੇ ਜਾ ਰਹੇ ਹੈ ਪੁੱਤ। ਮੈਂ ਕਿਹਾ ਕਿ ਮਾਂ, ਰਮਾ ਦੇ ਸਿਰ 'ਚ ਦਰਦ ਹੈ, ਉਸਨੇ ਖਾਣਾ ਨਹੀਂ ਖਾਧਾ, ਉਸ ਲਈ 버ਗਰ ਲੈਣ ਜਾ ਰਿਹਾ ਹਾਂ। ਮੇਰੀ ਗੱਲ ਸੁਣ ਮਾਂ ਨੇ ਠੰਡਾ ਹੌਂਕਾ ਭਰਿਆ ਤਾਂ ਪੁੱਤ, ਉਸਨੂੰ ਡਾਕਟਰ ਕੋਲ ਲੈ ਜਾਣਾ ਸੀ। ਜਦੋਂ ਮੈਂ ਜਾਣ ਲੱਗਿਆ ਤਾਂ ਮਾਂ ਨੇ ਵੀ ਆਖ ਦਿੱਤਾ ਕਿ ਪੁੱਤ, ਮੇਰੇ ਗੋਡਿਆਂ 'ਚ ਦਰਦ ਹੈ, ਆਉਂਦੇ ਸਮੇਂ ਦਵਾਈ ਲੈ ਆਵੀਂ। ਮੈਂ ਬਾਜ਼ਾਰ ਚਲਾ ਗਿਆ। 버ਗਰ ਦੀ ਦੁਕਾਨ ਤੇ ਕਾਫੀ ਭੀੜ ਸੀ। ਉੱਥੇ ਇੱਕ ਦੋਸਤ ਮਿਲ ਗਿਆ, ਉਸ ਨਾਲ ਗੱਲਾਂ ਕਰਨ ਲੱਗਾ। ਇੰਨੇ 'ਚ 버ਗਰ ਤਿਆਰ ਹੋ ਗਿਆ। 버ਗਰ ਲੈ ਕੇ ਘਰ ਆਇਆ। ਮਾਂ ਨੇ ਲੰਗ ਮਾਰਦੇ ਹੋਏ ਗੇਟ ਖੋਲ੍ਹਿਆ। ਮੈਂ ਮੋਟਰਸਾਈਕਲ ਖੜੀ ਕਰਕੇ ਕਮਰੇ 'ਚ ਜਾਣ ਲੱਗਾ ਤਾਂ ਮਾਂ ਨੇ ਪੁੱਛਿਆ ਕਿ ਪੁੱਤ, ਮੇਰੀ ਦਵਾਈ ਨਹੀਂ ਲਿਆਇਆ। ਮੈਂ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਮਾਂ, ਭੁੱਲ ਗਿਆ, ਹੁਣੇ ਲੈ ਆਉਂਦਾ ਹਾਂ। ਮਾਂ ਹੱਸੀ ਤੇ ਕਿਹਾ, ਨਾ ਪੁੱਤ, ਹੁਣ ਰਹਿਣ ਦੇ, ਤੂੰ ਆਰਾਮ ਕਰ, ਕੱਲ ਨੂੰ ਲੈ ਆਵੀਂ। ਮੈਂ ਕਮਰੇ 'ਚ ਗਿਆ ਤਾਂ ਰਮਾ 버ਗਰ ਖਾਣ ਲੱਗੀ ਤੇ ਮੈਂ ਗੇਮ ਖੇਡਣ ਲੱਗਾ। ਮਾਂ ਸ਼ਾਇਦ ਉਸ ਰਾਤ ਦਰਦ ਨਾਲ ਤੜਫ ਰਹੀ ਸੀ, ਪਰ ਮੈਂ ਬੇਖਬਰ ਰਿਹਾ। ਇਸੇ ਤਰ੍ਹਾਂ ਦਿਨ ਲੰਘਦੇ ਗਏ ਤੇ ਮੈਂ ਮਾਂ ਤੋਂ ਹੋਰ ਦੂਰ ਹੁੰਦਾ ਗਿਆ। ਹਫ਼ਤੇ 'ਚ ਕਿਤੇ ਇੱਕ ਵਾਰ ਮਾਂ ਦਾ ਹਾਲ ਪੁੱਛ ਲੈਣਾ, ਨਹੀਂ ਤਾਂ ਮੈਂ ਮਾਂ ਦੇ ਕਮਰੇ 'ਚ ਜਾਂਦਾ ਹੀ ਨਹੀਂ ਸੀ। ਮੇਰਾ ਵੱਡਾ ਭਰਾ ਤਾਂ ਮਾਂ ਨੂੰ ਮਿਲਣ ਵੀ ਨਹੀਂ ਆਉਂਦਾ ਸੀ, ਜਦੋਂ ਕਿ ਘਰ ਬਿਲਕੁਲ ਕੋਲੇ ਹੀ ਸੀ। ਉਹ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਬਹੁਤ ਖੁਸ਼ ਸੀ। ਮਾਂ ਮੈਨੂੰ ਅਕਸਰ ਪੁੱਛਦੀ ਕਿ ਤੇਰੇ ਭਰਾ ਦਾ ਕੀ ਹਾਲ ਹੈ, ਉਹ ਵਿਚਾਰਾ ਪਤਾ ਨਹੀਂ ਕਿਹੜੀਆਂ ਮੁਸ਼ਕਿਲਾਂ 'ਚ ਹੋਵੇਗਾ। ਇਹ ਸੋਚ ਮਾਂ ਅਪਸੈਟ ਹੋ ਗਈ। ਮਾਂ ਨੂੰ ਇਸ ਤਰ੍ਹਾਂ ਦੇਖ ਮੈਂ ਆਖਿਆ ਕਿ ਮਾਂ, ਉਸ ਨੂੰ ਤੁਹਾਡੀ ਤਾਂ ਕੋਈ ਫਿਕਰ ਨਹੀਂ, ਪਰ ਤੁਸੀਂ ਉਸਦੇ ਹੀ ਗੀਤ ਗਾਉਂਦੇ ਰਹਿੰਦੇ ਹੋ। ਮੇਰੀ ਗੱਲ ਸੁਣ। ਮਾਂ ਥੋੜਾ ਮੁਸਕਰਾਈ ਤੇ ਕਿਹਾ ਕਿ ਪੁੱਤ, ਉਹ ਥੋੜਾ ਪਰੇਸ਼ਾਨ ਹੋਵੇਗਾ, ਇਸ ਲਈ ਨਹੀਂ ਆਉਂਦਾ ਮੇਰੇ ਕੋਲ। ਮੈਂ ਗੁੱਸੇ 'ਚ ਬੋਲਿਆ ਕਿ ਕੋਈ ਪਰੇਸ਼ਾਨੀ ਨਹੀਂ ਹੈ, ਉਹ ਆਪਣੇ ਸਾਲੇ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਹੈ,
ਉਸਨੇ 1.5 ਲੱਖ ਦਾ। ਮੇਰੀ ਗੱਲ ਸੁਣ। ਮਾਂ ਬਿਲਕੁਲ ਚੁੱਪ ਹੋ ਗਈ। ਮੈਂ ਮਹਿਸੂਸ ਤਾਂ ਨਹੀਂ ਕਰ ਸਕਿਆ, ਪਰ ਮਾਂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਮੈਂ ਜਿਸ ਕੰਪਨੀ 'ਚ ਨੌਕਰੀ ਕਰਦਾ ਸੀ, ਉਹਨਾਂ ਨੇ ਮੈਨੂੰ ਦੂਜੇ ਸ਼ਹਿਰ ਭੇਜ ਦਿੱਤਾ ਤੇ ਉੱਥੇ ਘਰ ਵੀ ਦੇ ਦਿੱਤਾ। ਉਸ ਦਿਨ ਮੈਂ ਬਹੁਤ ਖੁਸ਼ ਸੀ। ਰਮਾ ਨੂੰ ਦੱਸਿਆ ਤਾਂ ਉਹ ਖੁਸ਼ੀ ਨਾਲ ਝੂਮਣ ਲੱਗੀ। ਮਾਂ ਹੌਲੀ ਹੌਲੀ ਚੱਲਦੀ ਸਾਡੇ ਕੋਲ ਆਈ ਤੇ ਪੁੱਛਿਆ, ਕੀ ਹੋਇਆ ਪੁੱਤ? ਕਿਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ? ਮੈਂ ਮਾਂ ਨੂੰ ਦੱਸਿਆ ਕਿ ਮਾਂ, ਕੰਪਨੀ ਵੱਲੋਂ ਮੈਨੂੰ ਨਵਾਂ ਘਰ, ਨਵੀਂ ਗੱਡੀ ਮਿਲੀ ਹੈ ਤੇ ਮੈਂ ਤੇ ਤੇਰੀ ਨੂੰ ਦੋਵੇਂ ਉੱਥੇ ਰਹਿਣ ਲਈ ਜਾ ਰਹੇ ਹਾਂ। ਮਾਂ ਮੁਸਕਰਾਈ ਤੇ ਕਹਿਣ ਲੱਗੀ, ਮਾਲਕ ਸਭ ਨੂੰ ਤਰੱਕੀ ਦੇਵੇ। ਐਨਾ ਆਖ ਮਾਂ ਨੇ ਰਮਾ ਨੂੰ ਕਿਹਾ ਕਿ ਪੁੱਤ, ਮੇਰੇ ਕੱਪੜੇ ਵੀ ਪੈਕ ਕਰ ਲਵੀਂ। ਮਾਂ ਦੀ ਗੱਲ ਸੁਣ ਮੈਂ ਕਿਹਾ, ਮਾਂ ਤੁਸੀਂ ਨਹੀਂ ਜਾ ਰਹੇ, ਹੁਣ ਤਾਂ ਸਿਰਫ ਮੈਂ ਤੇ ਰਮਾ ਹੀ ਜਾ ਰਹੇ ਹਾਂ। ਤੁਹਾਨੂੰ ਬਾਅਦ 'ਚ ਬੁਲਾ ਲਵਾਂਗੀ, ਉਹਨਾਂ ਚਿਰ ਤੁਸੀਂ ਵੱਡੇ ਭਰਾ ਕੋਲ ਹੀ ਰਹੋ। ਮੇਰੀ ਗੱਲ ਸੁਣ। ਮਾਂ ਦੇ ਚਿਹਰੇ ਤੇ ਉਦਾਸੀ ਛਾ ਗਈ ਤੇ ਕਿਹਾ, ਚੰਗਾ ਪੁੱਤ, ਕੋਈ ਗੱਲ ਨਹੀਂ, ਮੈਨੂੰ ਫਿਰ ਆਪਣੇ ਭਰਾ ਦੇ ਘਰ ਹੀ ਛੱਡ ਆ। ਮੈਂ ਮਹਿਸੂਸ ਨਹੀਂ ਕਰ ਸਕਿਆ ਸੀ ਮਾਂ ਦਾ ਤੜਫਦਾ ਦਿਲ ਤੇ ਬੇਵਸੀ ਵਾਲੇ ਸ਼ਬਦ। ਉਸ ਦਿਨ ਮਾਂ ਨੇ ਖਾਣਾ ਨਹੀਂ ਸੀ ਖਾਧਾ। ਮਾਂ ਸ਼ਾਇਦ ਬਹੁਤ ਰੋ ਰਹੀ ਸੀ। ਸ਼ਾਮ ਨੂੰ ਭਰਾ ਤੇ ਭਾਬੀ ਘਰ ਆਏ। ਸਾਨੂੰ ਦੇਖ ਥੋੜਾ ਮੁਸਕਰਾਏ। ਮੈਂ ਭਰਾ ਨੂੰ ਕਿਹਾ ਕਿ ਵੀਰ, ਅੱਜ ਤੋਂ ਮਾਂ ਤੁਹਾਡੇ ਕੋਲ ਰਹੇਗੀ। ਭਰਾ ਚੁੱਪ ਰਿਹਾ, ਫਿਰ ਬੋਲਿਆ, ਕਿਉਂ ਵੀਰ, ਤੂੰ ਥੱਕ ਗਿਆ ਹੈ? ਵੀਰ ਦੀ ਗੱਲ ਸੁਣ ਮੈਂ ਪਿਆਰ ਨਾਲ ਬੋਲਿਆ, ਨਹੀਂ ਵੀਰ, ਅਸਲ 'ਚ ਮੈਨੂੰ ਜੌਬ ਕਰਕੇ ਦੂਜੇ ਸ਼ਹਿਰ ਜਾਣਾ ਪੈ ਰਿਹਾ ਹੈ। ਕੁਝ ਮਹੀਨੇ ਬਾਅਦ ਮੈਂ ਮਾਂ ਨੂੰ ਆ ਕੇ ਲੈ ਜਾਵਾਂਗਾ। ਭਰਾ ਮਾਂ ਵੱਲ ਦੇਖ ਕੇ ਪਰੇਸ਼ਾਨ ਹੋਣ ਲੱਗਾ। ਹਾਂ ਹਾਂ, ਹੁਣ ਤੂੰ ਮੇਰੇ ਤੇ ਬੋਝ ਪਾ ਜਾ, ਮੈਂ ਤਾਂ ਖੁਦ ਬਹੁਤ ਤੰਗ ਹਾਂ। ਭਰਾ ਤੂੰ ਨਾਲ ਹੀ ਲੈ ਕੇ ਜਾ। ਭਾਬੀ ਵੀ ਗੁੱਸੇ 'ਚ ਬੋਲੀ, ਕਿਉਂ, ਤੇਰੀ ਘਰਵਾਲੀ ਨਹੀਂ ਸੰਭਾਲ ਸਕਦੀ? ਮੈਂ ਕਿਹਾ ਕਿ ਭਰਾ ਮੈਂ ਖਰਚਾ ਭੇਜਦਾ ਰਹਾਂਗਾ। ਮੇਰੀ ਗੱਲ ਸੁਣ। ਭਰਾ ਫਿਰ ਬੋਲਿਆ ਕਿ ਤੂੰ ਮੈਨੂੰ ਤਾਂ ਇਸ ਘਰੋਂ ਕੱਢ ਦਿੱਤਾ ਤੇ ਸਾਰਾ ਘਰ ਆਪਣੇ ਨਾਂ ਲਵਾ ਲਿੱਤਾ, ਹੁਣ ਭੱਜ ਰਿਹਾ ਹੈ। ਜਦੋਂ ਮਤਲਬ ਨਿਕਲ ਗਿਆ ਤਾਂ? ਕੁਰਸੀ ਤੇ ਬੈਠੀ ਮਾਂ ਨੇ ਕਿਹਾ, ਮੇਰੇ ਬੱਚਿਓ, ਕਿਉਂ ਲੜਦੇ ਹੋ ਮੇਰੇ ਕਰਕੇ? ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਵਿਧਵਾ ਆਸ਼ਰਮ ਛੱਡ ਆਓ। ਮੇਰੀ ਹੁਣ ਉਮਰ ਹੀ ਕਿੰਨੀ ਕੁ ਰਹਿ ਗਈ ਹੈ, ਉੱਥੇ ਕੱਟ ਲਵਾਂਗੀ। ਇਹ ਕਹਿੰਦੇ ਹੀ ਮਾਂ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ। ਅਸੀਂ ਜਲਦੀ ਦੇਣੇ ਮਾਂ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਦੂਜਾ ਦਿਲ ਦਾ ਦੌਰਾ ਪਿਆ ਸੀ। ਕਿ ਕੋਈ ਪਰੇਸ਼ਾਨੀ ਹੈ ਘਰ 'ਚ? ਕੁਝ ਟੈਨਸ਼ਨ ਲਈ ਹੈ ਇਹਨਾਂ ਨੇ? ਡਾਕਟਰ ਦੇ ਸਵਾਲ ਕਰਨ ਤੇ ਮੈਂ ਸਿਰ ਝੁਕਾ ਲਿਆ ਤੇ ਬੋਲਿਆ, ਡਾਕਟਰ ਸਾਹਿਬ, ਬਸ ਘਰ 'ਚ ਛੋਟੀ ਮੋਟੀ ਗੱਲਬਾਤ ਹੁੰਦੀ ਰਹਿੰਦੀ ਹੈ। ਜਦੋਂ ਮਾਂ ਨੂੰ ਹੋਸ਼ ਆਇਆ ਤਾਂ ਮੈਂ ਕੋਲ ਹੀ ਖੜਾ ਸੀ। ਮਾਂ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਸ਼ਾਇਦ ਸ਼ਬਦ ਅਟਕ ਵੀ ਰਿਹਾ ਸੀ। ਸ਼ਾਇਦ ਅਟੈਕ ਕਰਕੇ ਉਹਨਾਂ ਦੀ ਜ਼ੁਬਾਨ ਵੀ ਪੈਰਾਲਾਈਜ਼ ਦਾ ਸ਼ਿਕਾਰ ਹੋ ਗਈ ਸੀ। ਮਾਂ ਨੇ ਖਾਣਾ ਪੀਣਾ ਸਭ ਛੱਡ ਦਿੱਤਾ। ਡਾਕਟਰ ਨੇ ਘਰ ਭੇਜ ਦਿੱਤਾ। ਸਾਰੇ ਡਾਕਟਰ ਜਵਾਬ ਦੇ ਰਹੇ ਸਨ ਕਿਉਂਕਿ ਕੋਈ ਦਵਾਈ ਅਸਰ ਹੀ ਨਹੀਂ ਸੀ ਕਰ ਰਹੀ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਭਰਾ ਵੀ ਕੋਲ ਖੜਾ ਸੀ ਤੇ ਮਾਂ ਦੀ ਹਾਲਤ ਦੇਖ ਤੜਫਣ ਲੱਗਾ। ਡਾਕਟਰ ਨੇ ਆਖ ਦਿੱਤਾ ਸੀ ਕਿ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰੋ। ਮਾਂ ਨੂੰ ਘਰ ਲੈ ਆਏ। ਮਾਂ ਬਿਲਕੁਲ ਚੁੱਪ ਹੋ ਗਈ ਸੀ, ਜਿਵੇਂ ਬਿਸਤਰੇ ਤੇ ਕੋਈ ਲਾਸ਼ ਪਈ ਹੋਵੇ। ਨਾ ਕੁਝ ਖਾਂਦੀ ਸੀ ਤੇ ਨਾ ਹੀ ਕੋਈ ਗੱਲ ਕਰਦੀ ਸੀ। ਇੱਕ ਦਿਨ ਮੈਨੂੰ ਇੱਕ ਦੋਸਤ ਨੇ ਦੱਸਿਆ ਕਿ ਕੋਈ ਪੀਰ ਬਾਬਾ ਹੈ, ਤੂੰ ਉਸ ਨੂੰ ਮਾਂ ਨੂੰ ਦਿਖਾ, ਸ਼ਾਇਦ ਉਹ ਠੀਕ ਕਰ ਦੇਣ। ਪੀਰ ਬਾਬਾ ਕੋਲ ਗਿਆ ਤਾਂ ਪੀਰ ਬਾਬਾ ਮੇਰੇ ਵੱਲ ਦੇਖ ਕੇ ਬੋਲੀ, ਬੇਟਾ ਇੱਧਰ ਮੇਰੇ ਕੋਲ ਬੈਠ ਜਾ। ਮੈਂ ਬੋਲਿਆ ਕਿ ਬਾਬਾ ਜੀ, ਮੇਰੀ ਮਾਂ ਬਿਮਾਰ ਹੈ, ਉਹਨਾਂ ਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਦਵਾਈ ਅਸਰ ਨਹੀਂ ਕਰ ਰਹੀ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ। ਮੇਰੀ ਗੱਲ ਸੁਣ। ਪੀਰ ਬਾਬਾ ਨੇ ਕਿਹਾ ਕਿ ਇਹ ਤਾਂ ਮਸਲਾ ਹੀ ਛੋਟਾ ਜਿਹਾ ਹੈ, ਜਾ ਘਰੋਂ ਖੀਰ ਦਾ ਡੱਬਾ ਲੈ ਕੇ ਆ। ਮੈਂ ਹੈਰਾਨ ਸੀ, ਪਰ ਘਰੋਂ ਖੀਰ ਦਾ ਡੱਬਾ ਲੈ ਆਇਆ
ਤਾਂ ਪੀਰ ਬਾਬਾ ਨੇ ਉਸ ਡੱਬੇ ਤੇ 12 ਵਾਰ ਫੂਕ ਮਾਰ ਕੇ ਇੱਕ ਬੋਤਲ 'ਚ ਪਾਣੀ ਭਰ ਕੇ ਉਸ 30 ਫੂਕਾਂ ਮਾਰੀਆਂ ਤੇ ਕਹਿਣ ਲੱਗੇ ਕਿ ਘਰ ਜਾ ਕੇ ਸਭ ਤੋਂ ਪਹਿਲਾਂ ਮਾਂ ਦੇ ਕੋਲ ਜਾ ਕੇ ਬੈਠ ਜਾਵੀਂ ਤੇ ਮਾਂ ਨੂੰ ਆਖੀ ਕਿ ਮਾਂ ਤੂੰ ਪਰੇਸ਼ਾਨ ਨਾ ਹੋ, ਤੂੰ ਠੀਕ ਹੋ ਜਾਵੇਂਗੀ ਤੇ ਆਪਣੇ ਹੱਥਾਂ ਨਾਲ ਇਹ ਖੀਰ ਮਾਂ ਨੂੰ ਖਵਾ ਦੇਵੀਂ। ਫਿਰ ਇਹ ਪਾਣੀ ਆਪਣੇ ਭਰਾ ਨੂੰ ਆਖੀ ਕਿ ਉਹ ਮਾਂ ਨੂੰ ਪਿਆਵੇ। ਜਿਵੇਂ ਮੈਂ ਕਿਹਾ ਹੈ ਉਸੇ ਤਰ੍ਹਾਂ ਕਰਨਾ। ਮੈਂ ਘਰ ਜਾ ਕੇ ਮਾਂ ਕੋਲ ਬੈਠਾ ਤੇ ਜਿਵੇਂ ਪੀਰ ਬਾਬਾ ਨੇ ਕਿਹਾ ਸੀ ਉਵੇਂ ਹੀ ਕੀਤਾ। ਜਦੋਂ ਮੈਂ ਮਾਂ ਨੂੰ ਸਹਾਰਾ ਦੇ ਕੇ ਬਿਠਾਇਆ ਤੇ ਆਪਣੇ ਹੱਥ ਨਾਲ ਖੀਰ ਖਵਾ ਰਿਹਾ ਸੀ ਤਾਂ ਮਾਂ ਨੇ ਬਿਲਕੁਲ ਵੀ ਮਨਾ ਨਹੀਂ ਕੀਤਾ ਤੇ ਸਾਰੀ ਖੀਰ ਖਾ ਲਈ। ਜਦੋਂ ਪਾਣੀ ਮੰਗਿਆ ਤਾਂ ਭਰਾ ਨੇ ਪਾਣੀ ਦਾ ਗਿਲਾਸ ਮਾਂ ਦੇ ਮੂੰਹ ਨੂੰ ਲਾਇਆ ਤਾਂ ਮਾਂ ਸਾਰਾ ਪਾਣੀ ਪੀ ਗਈ। ਇਹ ਦੇਖ ਮੈਂ ਹੈਰਾਨ ਰਹਿ ਗਿਆ ਤੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ। ਮਾਂ ਦਾ ਜਿਹੜਾ ਹੱਥ ਹਰਕਤ ਕਰਦਾ ਸੀ, ਮਾਂ ਨੇ ਉਹ ਹੱਥ ਮੇਰੇ ਸਿਰ ਤੇ ਰੱਖਿਆ ਤਾਂ ਮੇਰਾ ਦਿਲ ਭਰ ਆਇਆ। ਦੂਜੇ ਦਿਨ ਮੈਂ ਮਿਠਾਈ ਦਾ ਡੱਬਾ ਲੈ ਕੇ ਪੀਰ ਬਾਬਾ ਕੋਲ ਗਿਆ ਤਾਂ ਪੀਰ ਬਾਬਾ ਮੇਰੇ ਚਿਹਰੇ ਨੂੰ ਦੇਖ ਕੇ ਸਮਝ ਗਏ ਤੇ ਬੋਲੇ ਕਿ ਬੇਟਾ, ਤੇਰੀ ਮਾਂ ਨੂੰ ਜੋ ਮੈਂ ਖੀਰ ਤੇ ਪਾਣੀ ਦਿੱਤਾ ਸੀ ਉਸ 'ਚ ਕੋਈ ਮੰਤਰ ਨਹੀਂ ਮਾਰਿਆ। ਮੈਨੂੰ ਪਤਾ ਲੱਗ ਗਿਆ ਸੀ ਕਿ ਤੇਰੀ ਮਾਂ ਸਿਰਫ ਆਪਣੇ ਬੇਟਿਆਂ ਦੇ ਪਿਆਰ ਦੀ ਭੁੱਖੀ ਹੈ ਤੇ ਉਹਨਾਂ ਨੂੰ ਤੁਹਾਡਾ ਪਿਆਰ ਚਾਹੀਦਾ ਸੀ। ਤੇ ਜਦੋਂ ਕੋਈ ਪੁੱਤ ਆਪਣੀ ਮਾਂ ਨੂੰ ਪਿਆਰ ਨਾਲ ਪੁੱਛਦਾ ਹੈ ਕਿ ਮਾਂ ਤੁਸੀਂ ਕਿਵੇਂ ਹੋ, ਤਾਂ ਮਾਂ ਕਿੰਨੀ ਵੀ ਬਿਮਾਰ ਹੋਵੇ ਉਹ ਇਹਨਾਂ ਦੋ ਬੋਲਾਂ ਨਾਲ ਹੀ ਠੀਕ ਹੋ ਜਾਂਦੀ ਹੈ। ਬੇਟਾ, ਜੇਕਰ ਤੁਸੀਂ ਪਹਿਲਾਂ ਹੀ ਆਪਣੇ ਹੱਥ ਨਾਲ ਆਪਣੀ ਮਾਂ ਨੂੰ ਦਵਾਈ ਖਵਾਉਂਦੇ ਤਾਂ ਤੁਹਾਡੀ ਮਾਂ ਬਿਮਾਰ ਹੁੰਦੀ ਹੀ ਨਾ। ਬੇਟਾ, ਇੱਕ ਗੱਲ ਪੁੱਛਾਂ, ਜਿਸ ਮਾਂ ਦੀ ਬੁੱਕਲ 'ਚ ਖੇਡ ਕੇ ਤੁਸੀਂ ਵੱਡੇ ਹੋਏ ਹੋ, ਕਿ ਉਹ ਮਾਂ ਤੁਹਾਡੇ ਤੇ ਬੋਝ ਬਣ ਗਈ ਹੈ? ਪੀਰ ਬਾਬਾ ਦੀ ਗੱਲ ਸੁਣ ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮੈਂ ਕਿਹਾ ਕਿ ਬਾਬਾ, ਮੈਂ ਆਪਣੀ ਮਾਂ ਦਾ ਦਰਦ ਮਹਿਸੂਸ ਨਹੀਂ ਕਰ ਸਕਿਆ। ਬਾਬਾ, ਮੈਨੂੰ ਮਾਫ ਕਰ ਦਿਓ। ਮੇਰੀ ਗੱਲ ਸੁਣ। ਬਾਬਾ ਕਹਿਣ ਲੱਗੇ, ਮੁਆਫੀ ਮੇਰੇ ਤੋਂ ਨਹੀਂ, ਆਪਣੀ ਮਾਂ ਦੇ ਪੈਰ ਛੂ ਕੇ ਉਹਨਾਂ ਤੋਂ ਮੰਗੋ। ਜਿਹੜੀ ਔਲਾਦ ਆਪਣੇ ਮਾਂ-ਬਾਪ ਨੂੰ ਬੁਢਾਪੇ 'ਚ ਸੀਨੇ ਨਾਲ ਲਾ ਕੇ ਰੱਖਦੀ ਹੈ, ਉਹ ਬੱਚੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਹਨ। ਜੇਕਰ ਬੱਚੇ ਆਪਣੇ ਮਾਂ-ਬਾਪ ਨੂੰ ਚੰਗੀ ਤਰ੍ਹਾਂ ਰੱਖਣ ਤਾਂ ਉਹਨਾਂ ਦੇ ਬੱਚੇ ਉਹਨਾਂ ਤੋਂ ਸਿੱਖ ਕੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸੰਭਾਲਣਗੇ। ਪੀਰ ਬਾਬਾ ਦੀਆਂ ਗੱਲਾਂ ਸੁਣ ਮੈਂ ਉੱਠਿਆ ਤੇ ਦਫ਼ਤਰ ਫੋਨ ਕੀਤਾ ਤੇ ਦੂਜੇ ਸ਼ਹਿਰ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਮੈਂ ਆਪਣੀ ਮਾਂ ਨਾਲ ਇੱਥੇ ਹੀ ਰਹਾਂਗਾ ਤੇ ਇੱਥੇ ਹੀ ਨੌਕਰੀ ਕਰਾਂਗਾ। ਮੈਂ ਤੇ ਮੇਰਾ ਭਰਾ ਦੋਵੇਂ ਇਕੱਠੇ ਇੱਕ ਹੀ ਘਰ 'ਚ ਮਾਂ ਨਾਲ ਰਹਿਣ ਲੱਗੇ। 2 ਮਹੀਨਿਆਂ 'ਚ ਹੀ ਮਾਂ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਤੰਦਰੁਸਤ ਹੋ ਗਏ ਸਨ ਤੇ ਸਾਨੂੰ ਦੋਵਾਂ ਨੂੰ ਦੇਖ ਬਹੁਤ ਖੁਸ਼ ਸਨ। ਸੋ ਦੋਸਤੋ, ਹਮੇਸ਼ਾ ਆਪਣੇ ਮਾਂ-ਬਾਪ ਦੀ ਕਦਰ ਕਰੋ ਤੇ ਕਦੇ ਵੀ ਬੁਢਾਪੇ 'ਚ ਉਹਨਾਂ ਦਾ ਸਾਥ ਨਾ ਛੱਡੋ ਤੇ ਸਮਾਂ ਕੱਢ ਕੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।